ਬੈਨੀਪਾਲ ਸ਼ੋ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਅੱਜ ਦੇ ਇਸ ਸੈਗਮੈਂਟ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਖਬਰਾਂ ਤੇ ਵਿਚਾਰ ਚਰਚਾ ਕਰਨੀ ਹੈ, ਆਓ ਸਭ ਤੋਂ ਪਹਿਲਾਂ ਉਹਨਾਂ ਦਾ ਜ਼ਿਕਰ ਕਰੀਏ। ਅੱਜ 9/11 ਦੀ 19ਵੀਂ ਵਰ੍ਹੇਗੰਢ ਹੈ। ਉਸ ਦੇ ਮੁਤਲਕ ਕੁਝ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗਾ। ਕਿਵੇਂ ਵਾਪਰਿਆ ਸੀ, ਕਿੰਨੇ ਲੋਕ ਮਰੇ ਸੀ, ਕਿੰਨੇ ਮੁਲਕਾਂ ਦੇ ਲੋਕ ਮਰੇ ਸੀ, ਕਿੰਨਾ ਮਲਬਾ ਇਕੱਠਾ ਕੀਤਾ ਗਿਆ ਅਤੇ ਦੁਬਾਰਾ ਉਸੇ ਥਾਂ ਤੇ ਵਰਲਡ ਟ੍ਰੇਡ ਸੈਂਟਰ ਦੇ ਉੱਤੇ ਬਿਲਡਿੰਗ ਬਣਨ ਤੋਂ ਬਾਅਦ ਖੁੱਲ੍ਹਣ ਤੱਕ ਦਾ ਕਿੰਨਾ ਸਮਾਂ ਲੱਗਿਆ ਅਤੇ ਫਿਰ ਲਾਦੇਨ ਨੂੰ ਕਿੰਨੇ ਸਾਲਾਂ ਬਾਅਦ ਲੱਭ ਕੇ ਅਮਰੀਕਾ ਨੇ ਖਪਾ ਦਿੱਤਾ, ਮਾਰ ਦਿੱਤਾ। ਇਹ ਖਬਰ ਸਾਂਝੀ ਕਰਾਂਗੇ। ਇਹਦੇ ਨਾਲ ਕੱਲ੍ਹ ਅਚਨਚੇਤ ਕਿਤੇ ਚੀਨ ਦੀ ਥਾਂ ਪਾਕਿਸਤਾਨ ਸ਼ੁਰੂ ਵਿੱਚ ਆਖਿਆ ਗਿਆ, ਉਸ ਲਈ ਮੁਆਫੀ ਹੈ, ਪਰ ਦਰਅਸਲ ਬੀਤੇ ਤੁਹਾਨੂੰ ਪਤਾ ਹੈ ਕਿ ਕਈ ਮਹੀਨਿਆਂ ਤੋਂ ਚੀਨ ਅਤੇ ਭਾਰਤ ਆਮੋ ਸਾਹਮਣੇ ਨੇ। ਚੀਨ ਅਤੇ ਭਾਰਤ ਦੇ ਆਲਾ ਦਰਜੇ ਦੇ ਅਧਿਕਾਰੀ ਵੀ ਲੱਗੇ ਹੋਏ ਨੇ ਅਤੇ ਉਸ ਦੇ ਮੁਤਲਕ ਮੀਟਿੰਗਾਂ ਦਾ ਦੌਰ ਜਾਰੀ ਹੈ। ਉਸ ਦੇ ਵਿੱਚੋਂ ਕੀ ਨਿਕਲਿਆ, ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹਦੇ ਨਾਲ ਆਸਟ੍ਰੇਲੀਆ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮਾਰ ਕੁੱਟ ਹੋਈ ਹੈ। ਜਿਵੇਂ ਸੂਰਜਦੀਪ ਦਾ ਕੇਸ ਸੀ, ਲਗਭਗ ਕੇਸ ਉਸੇ ਤਰ੍ਹਾਂ ਦਾ ਹੈ। ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗਾ। ਤੁਹਾਨੂੰ ਯਾਦ ਹੋਣਾ ਹੈ ਕਿ ਸਾਬਕਾ ਸੰਸਦ ਮੈਂਬਰ ਰਾਜ ਗਰੇਵਾਲ, ਜਿਹੜੇ ਲਿਬਰਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੀ, ਭਾਵੇਂ ਪਿਛਲੀਆਂ ਚੋਣਾਂ ਸਾਲ 2019 ਵਾਲੀਆਂ ਉਹਨਾਂ ਨਹੀਂ ਸੀ ਲੜੀਆਂ, ਪਰ ਉਹਦੇ ਤੋਂ ਪਹਿਲਾਂ ਜਿਹੜੇ ਦੋਸ਼ ਲੱਗੇ ਸੀ ਉਹ ਤੁਹਾਨੂੰ ਦੱਸਾਂਗਾ ਕਿ ਦੋਸ਼ ਕੀ ਸੀ, ਕਿਹੜੇ ਕਾਰਨਾਂ ਕਰਕੇ ਉਹ ਲਾਂਭੇ ਹੋਏ ਸੀ ਅਤੇ ਹੁਣ RCMP ਨੇ ਉਹਨਾਂ ਦੇ ਉੱਤੇ ਹੋਰ ਦੋਸ਼ ਆਇਦ ਕਰਨ ਦੀ ਗੱਲ ਆਖੀ ਹੈ। ਅਤੇ ਦੋਸ਼ ਕਿਹੜੇ ਲੱਗ ਰਹੇ ਨੇ, ਇਹ ਖਬਰ ਆਪਣੇ ਆਪ ਦੇ ਵਿੱਚ ਕੈਨੇਡੀਅਨ ਪੋਲਿਟਿਕਸ ਦੇ ਵਿੱਚ, ਰਾਜਨੀਤੀ ਦੇ ਵਿੱਚ ਕਾਫੀ ਅਹਿਮ ਤੇ ਮਹੱਤਤਾ ਰੱਖਣ ਵਾਲੀ ਹੈ। ਅਗਲੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਆਕਸਫੋਰਡ ਯੂਨੀਵਰਸਿਟੀ ਵੱਲੋਂ ਸੀਰਮ ਇੰਸਟੀਚਿਊਟ ਆਫ ਇੰਡੀਆ ਉਹਨਾਂ ਦੀ ਦਵਾਈ ਬਣਾ ਰਹੀ ਸੀ, ਪਰ ਭਾਰਤ ਵਿੱਚ ਚੱਲ ਰਹੇ ਟ੍ਰਾਇਲ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ। ਪਾਬੰਦੀ ਲੱਗਣ ਦਾ ਕਾਰਨ ਕੀ ਰਿਹਾ, ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਇਸੇ ਤਰ੍ਹਾਂ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਨੇ ਸੁਮੇਧ ਸੈਣੀ ਭਗੌੜੇ ਨੇ, ਪਤਾ ਨਹੀਂ ਕਿੱਥੇ ਨੇ। ਆਸ ਉਮੀਦ ਉਹਨੂੰ ਇੱਕੋ ਹੀ ਹੈ ਕਿ ਸ਼ਾਇਦ ਸੁਪਰੀਮ ਕੋਰਟ ਤੋਂ ਰਾਹਤ ਮਿਲੇ। ਰਾਹਤ ਮਿਲਦੀ ਆ ਜਾਂ ਨਹੀਂ ਮਿਲਦੀ, ਪਰ ਹੁਣ ਸਿੱਟ ਤੇ ਪੁਲਿਸ ਉਸ ਤੇ ਪਿੱਛੇ ਪਈ ਹੋਈ ਹੈ, ਛਾਪੇਮਾਰੀ ਹੋ ਰਹੀ ਹੈ, ਘਰਦਿਆਂ ਤੋਂ ਪੁੱਛ ਪੜਤਾਲ ਹੋਈ ਹੈ। ਹੈਰਾਨੀਜਨਕ ਇਹ ਗੱਲ ਹੈ ਕਿ ਘਰਦਿਆਂ ਨੇ ਜਿਹੜੀ ਗੱਲ ਦੱਸੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਗੱਲ ਅਹਿਮ ਹੈ। ਇਹ ਖਬਰਾਂ ਦੋਸਤੋ ਤੁਹਾਡੇ ਨਾਲ ਸਾਂਝੀਆਂ ਕਰਾਂਗਾ, ਇਹਨਾਂ ਦਾ ਵਿਸਥਾਰ ਤੁਹਾਡੇ ਨਾਲ ਸਾਂਝਾ ਕਰਾਂਗਾ। ਪਰ ਉਹਦੇ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਸਾਡਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਆਪਣੀ ਰੋਜ਼ਾਨਾ ਦੀ ਮੁਲਾਕਾਤ ਬਰਕਰਾਰ ਰਹੇ। ਤੇ ਨਾਲ ਹੀ ਜੇਕਰ ਜਾਣਕਾਰੀਆਂ ਪੁਖਤਾ ਲੱਗੀਆਂ ਤਾਂ ਵੀਡੀਓ ਸ਼ੇਅਰ ਅਤੇ ਲਾਈਕ ਕਰਨ ਦੀ ਜ਼ਰੂਰ ਕਿਰਪਾਲਤਾ ਕਰਿਓ, ਤੁਹਾਡਾ ਧੰਨਵਾਦੀ ਹੋਵਾਂਗਾ। ਆਓ ਦੋਸਤੋ, ਅੱਜ ਦੀਆਂ ਇਹਨਾਂ ਜਾਣਕਾਰੀਆਂ ਦਾ ਵਿਸਥਾਰਦੇ ਹਾਂ, ਪਰ ਇਹਦੇ ਤੋਂ ਬਾਅਦ ਇੱਕ ਹੋਰ ਵੀਡੀਓ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਜਿਸ ਦੇ ਵਿੱਚ ਵਾਰ-ਵਾਰ ਤੁਸੀਂ ਰੋਜ਼ਾਨਾ ਪੁੱਛ ਰਹੇ ਹੋ ਕਿ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਤੇ ਕਿਉਂ ਨਹੀਂ ਆ ਰਿਹਾ। ਉਹ ਖਬਰਾਂ ਵਿੱਚ ਨਹੀਂ, ਸਗੋਂ ਖਬਰਾਂ ਤੋਂ ਇਲਾਵਾ ਤੁਹਾਨੂੰ ਜਾਣਕਾਰੀ ਹੈ ਤੇ ਇੱਕ ਹੋਰ ਵੀਡੀਓ ਪੋਸਟ ਕਰਾਂਗਾ ਕਿ ਕਾਰਨ ਕੀ ਰਹੇ, ਕਿਉਂ ਮੈਂ ਪ੍ਰਾਈਮ ਏਸ਼ੀਆ ਤੇ ਨਹੀਂ ਆ ਰਿਹਾ। ਇਹ ਜਾਣਕਾਰੀ ਇੱਕ ਵੱਖਰੇ ਰੂਪ ਵਿੱਚ ਪੇਸ਼ ਕਰਾਂਗਾ। ਦੋਸਤੋ, ਆਓ ਸਭ ਤੋਂ ਪਹਿਲਾਂ ਹੁਣ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਪੰਜਾਬ ਪੁਲਿਸ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ, ਤੁਹਾਨੂੰ ਯਾਦ ਹੋਣਾ ਹੈ ਕਿ 1 ਸਤੰਬਰ ਨੂੰ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਵੱਲੋਂ ਉਹਨਾਂ ਦੀ ਅਗਾਊਂ ਜ਼ਮਾਨਤ ਮੁੱਢੋਂ ਰੱਦ ਕੀਤੀ ਗਈ। ਫਿਰ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ, ਅਗਾਊਂ ਜ਼ਮਾਨਤ ਦੀ ਗੱਲ ਆਖੀ ਅਤੇ ਪੰਜਾਬ ਤੋਂ ਬਾਹਰਲੀ ਕਿਸੇ ਏਜੰਸੀ ਕੋਲੋਂ ਜਾਂਚ ਕਰਵਾਉਣ ਦੀ ਮੰਗ ਰੱਖੀ। 2 ਜੱਜਾਂ ਦੇ ਇਨਕਾਰ ਕਰਨ ਤੋਂ ਬਾਅਦ ਤੀਸਰੇ ਜੱਜ ਫਤਿਹਦੀਪ ਸਿੰਘ ਦੇ ਸਿੰਗਲ ਬੈਂਚ ਨੇ ਸੁਮੇਧ ਸੈਣੀ ਨੂੰ ਕਰਾਰਾ ਝਟਕਾ ਦੇ ਕੇ ਉਹਨਾਂ ਦੀ ਮੰਗ ਖਾਰਜ ਕਰ ਦਿੱਤੀ, ਪਟੀਸ਼ਨ ਖਾਰਜ ਕਰ ਦਿੱਤੀ, ਅਗਾਊਂ ਜ਼ਮਾਨਤ ਦੀ ਅਰਜ਼ੀ ਨਾ ਮਨਜ਼ੂਰ ਕਰ ਦਿੱਤੀ। ਉਸੇ ਦਿਨ ਜਾਪਦਾ ਸੀ ਕਿ ਸ਼ਾਇਦ ਉਹ ਆਖਰੀ ਬਦਲ ਵੀ ਜ਼ਰੂਰ ਲੱਭਣਗੇ। ਘਰ ਤੋਂ ਫਰਾਰ ਹੋ ਗਏ, ਸਿੱਟ ਉਹਨਾਂ ਨੂੰ ਲੱਭਦੀ ਫਿਰਦੀ ਹੈ। ਹੁਸ਼ਿਆਰਪੁਰ ਵਾਲੇ ਘਰ ਦੇ ਵਿੱਚ ਵੀ ਉਹਨਾਂ ਦੇ ਛਾਪੇਮਾਰੀ ਹੋਈ ਹੈ, ਪਰ ਉੱਥੇ ਕੋਈ ਨਹੀਂ ਮਿਲਿਆ। ਦਿੱਲੀ ਵਿੱਚ ਵੀ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਦਿੱਲੀ ਵਾਲੀ ਰਿਹਾਇਸ਼ ਦੇ ਵਿੱਚ ਉਹਨਾਂ ਦੀ ਪਤਨੀ, ਉਹਨਾਂ ਦੀ ਧੀ ਗਾਇਤਰੀ ਮਿਲੇ ਨੇ।
ਪਰ ਜਿਹੜੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਉਹ ਆਪਣੇ ਆਪ ਦੇ ਵਿੱਚ ਹੈਰਾਨੀਜਨਕ। ਉਹ ਕਹਿੰਦੇ ਪਿਛਲੇ ਕਈ ਦਿਨ ਤੋਂ ਸਾਨੂੰ ਪਤਾ ਹੀ ਨਹੀਂ ਸੁਮੇਧ ਸੈਣੀ ਕਿੱਥੇ ਹੈ, ਸਾਡਾ ਸੁਮੇਧ ਸੈਣੀ ਨਾਲ ਕੋਈ ਰਾਬਤਾ ਹੀ ਨਹੀਂ। ਹੁਣ ਤੁਸੀਂ ਆਪ ਸੋਚ ਕੇ ਦੇਖੋ ਕਿ ਕੀ ਸੁਮੇਧ ਸੈਣੀ ਦੇ ਘਰ ਪਰਿਵਾਰ ਨੂੰ ਪਤਾ ਨਹੀਂ? ਕੀ ਸੁਮੇਧ ਸੈਣੀ ਆਪਣੇ ਘਰਦਿਆਂ ਨੂੰ ਦੱਸੇ ਬਗੈਰ ਕਿਸੇ ਦੀ ਬੋਕਲ ਵਿੱਚ ਜਾ ਕੇ ਲੁਕ ਗਿਆ? ਕੀ ਸੁਮੇਧ ਸੈਣੀ ਕਿਸੇ ਚੰਗੇ ਅਸਰ ਰਸੂਖ ਵਾਲੇ ਬੰਦੇ ਕੋਲ ਨਹੀਂ ਬੈਠਾ ਹੋਣਾ? ਕੀ ਸੁਮੇਧ ਸੈਣੀ ਆਪਣੇ ਘਰਦਿਆਂ ਨਾਲ ਕਦੇ ਕੋਈ ਗੱਲਬਾਤ ਕਰਦਾ ਹੀ ਨਹੀਂ ਹੋਣਾ? ਇਹੋ ਹੀ ਗੱਲਾਂ ਜੇਕਰ ਕੋਈ ਹੋਰ ਵਿਅਕਤੀ ਤਫਦੀਸ਼ ਵਿੱਚ ਕਵੇ ਤੇ ਪੁਲਿਸ ਵਾਲੇ ਕਦੇ ਯਕੀਨ ਨਹੀਂ ਮੰਨਦੇ, ਸਗੋਂ ਘਰ ਵਾਲਿਆਂ ਨੂੰ ਚੁੱਕ ਕੇ ਲੈ ਆਉਂਦੇ ਆ ਕਿ ਇਹਨਾਂ ਨੂੰ ਚੁੱਕ ਕੇ ਲੈ ਚਲੋ, ਭਾਵੇਂ ਧੀ ਹੋਵੇ, ਭਾਵੇਂ ਮਾਂ ਹੋਵੇ, ਭਾਵੇਂ ਭਰਾ ਹੋਵੇ, ਭਾਵੇਂ ਬਾਪ ਹੋਵੇ, ਕਿ ਪਿੱਛੇ ਆਪੇ ਦੌੜਿਆ ਆਵੇਗਾ। ਪਰ ਇੱਥੇ ਉਸ ਦੀ ਪਤਨੀ ਸ਼ੋਭਾ ਨੇ ਅਤੇ ਉਸ ਦੀ ਧੀ ਗਾਇਤਰੀ ਨੇ ਇਹ ਆਖ ਦਿੱਤਾ ਕਿ ਸਾਡੇ ਉਹ ਟੱਚ ਵਿੱਚ ਨਹੀਂ ਨੇ, ਸਾਨੂੰ ਪਤਾ ਹੀ ਨਹੀਂ ਕਿ ਘਰ ਤੋਂ ਕਿੱਥੇ ਚਲੇ ਗਏ। ਹੁਣ ਆਉਣ ਵਾਲੇ ਹਫ਼ਤੇ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਸੋਮਵਾਰ ਨੂੰ ਮਾਨਯੋਗ ਅਦਾਲਤ ਸੁਪਰੀਮ ਕੋਰਟ ਆਫ ਇੰਡੀਆ ਸੁਮੇਧ ਸੈਣੀ ਦੀ ਪਟੀਸ਼ਨ ਦੇ ਉੱਤੇ ਕੋਈ ਫੈਸਲਾ ਸੁਣਾ ਦੇਵੇ। ਪਰ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਇਸ ਦਰੋਂ, ਇਸ ਘਰੋਂ, ਇਸ ਅਦਾਲਤ ਦੇ ਵਿੱਚੋਂ ਵੀ ਸੁਮੇਧ ਸੈਣੀ ਨੂੰ ਹੁਣ ਖੈਰ ਪੈਣੀ ਨਹੀਂ। ਪਰ ਜੋ ਵੀ ਹੋਇਆ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹ ਮਾਮਲਾ 29 ਵਰ੍ਹੇ ਪੁਰਾਣਾ ਬਲਵੰਤ ਮੁਲਤਾਨੀ ਨੂੰ ਅਗਵਾ, ਜ਼ਬਰੀ ਅਗਵਾ, ਫਿਰ ਖੁਰਦ-ਬੁਰਦ ਕਰਨਾ, ਪੁਲਿਸ ਹਿਰਾਸਤ ਵਿੱਚ ਮੌਤ ਦਾ ਹੋਣਾ, ਫਿਰ ਕਾਦੀਆਂ ਥਾਣੇ ਦੇ ਵਿੱਚ ਇੱਕ FIR ਦਰਜ ਕਰ ਦੇਣੀ ਕਿ ਇੱਥੋਂ ਭਗੌੜਾ ਹੋ ਗਿਆ। ਪਰ ਹੁਣ ਖੁਦ ਭਗੌੜਾ ਹੋਇਆ ਫਿਰਦਾ, ਕਿਉਂਕਿ ਕਦੇ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ। ਆਉਣ ਵਾਲੇ ਦਿਨਾਂ ਦੇ ਵਿੱਚ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਹੋਰ ਵੱਧ ਜਾਣ ਦੀ ਸੰਭਾਵਨਾ, ਕਿਉਂਕਿ ਬਹਿਬਲ ਕਲਾਂ ਕਾਂਡ ਦੇ ਵਿੱਚ ਵੀ ਇੰਸਪੈਕਟਰ ਪ੍ਰਦੀਪ ਹੋਰਾਂ ਨੇ ਇਹ ਆਖ ਦਿੱਤਾ ਕਿ ਸਾਜ਼ਿਸ਼ ਘਾੜਾ ਹੋਰ ਕੋਈ ਨਹੀਂ, ਸੁਮੇਧ ਸੈਣੀ ਖੁਦ ਆਪ ਸੀ। ਸੋ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਹੋ ਜਿਹੀਆਂ ਅਪਡੇਟਸ ਮਿਲਦੀਆਂ ਨੇ ਸੁਮੇਧ ਸੈਣੀ ਦੇ ਕੇਸ ਨੂੰ ਲੈ ਕੇ। ਅਗਲੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਪੁਣੇ ਦੇ ਵਿੱਚ ਸਥਿਤ ਹੈ ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ। ਤੁਹਾਨੂੰ ਯਾਦ ਹੋਣਾ ਹੈ ਕਿ ਆਕਸਫੋਰਡ ਯੂਨੀਵਰਸਿਟੀ ਤੇ ਐਸਟਰਾਜੈਨੇਕਾ PL ਇਹ ਸਾਂਝੇ ਤਰੀਕੇ ਨਾਲ ਇੱਕ ਦਵਾਈ COVID-19 ਮਹਾਮਾਰੀ ਦੀ ਦਵਾਈ ਤਿਆਰ ਕਰ ਰਹੇ ਸੀ। ਟ੍ਰਾਇਲ ਬਰਤਾਨੀਆ ਵਿੱਚ ਵੀ ਚੱਲ ਰਹੇ ਸੀ, ਟ੍ਰਾਇਲ ਅਮਰੀਕਾ ਵਿੱਚ ਵੀ ਚੱਲ ਰਹੇ ਸੀ ਅਤੇ ਭਾਰਤ ਵਿੱਚ ਵੀ 17 ਥਾਵਾਂ ਤੇ ਇਸ ਦਵਾਈ ਦੇ ਟ੍ਰਾਇਲ ਕੀਤੇ ਜਾ ਰਹੇ ਸੀ। ਪਰ ਬੀਤੇ ਦਿਨੀ ਬਰਤਾਨੀਆ ਦੇ ਵਿੱਚ ਇੱਕ ਵਲੰਟੀਅਰ ਜਿਸ ਨੂੰ ਇਸ ਦੀ ਡੋਜ਼ ਦਿੱਤੀ ਗਈ ਸੀ, ਉਸ ਦੇ ਵਿੱਚ ਕੁਝ ਲੱਛਣ ਨਕਾਰਾਤਮਕ ਸਾਹਮਣੇ ਆਏ। ਪਰ ਹੁਣ ਤੱਕ ਇਹਦੇ ਨਤੀਜੇ ਸਾਰਥਕ ਸਾਹਮਣੇ ਆ ਰਹੇ ਸੀ, ਪੋਜ਼ਿਟਿਵ ਨਤੀਜੇ ਸਾਹਮਣੇ ਆ ਰਹੇ ਸੀ। ਪਰ ਉਸ ਇੱਕ ਵਲੰਟੀਅਰ ਦੇ ਨਤੀਜੇ ਕੁਝ ਚੰਗੇ ਨਹੀਂ ਆਏ, ਸਾਈਡ ਇਫੈਕਟ ਨਜ਼ਰ ਆਏ ਨੇ। ਉਹਦੇ ਤੋਂ ਬਾਅਦ ਬਰਤਾਨੀਆ ਵਿੱਚ ਵੀ ਟ੍ਰਾਇਲ ਰੋਕ ਦਿੱਤਾ ਗਿਆ, ਅਮਰੀਕਾ ਵਿੱਚ ਵੀ ਇਸ ਦਵਾਈ ਦਾ ਟ੍ਰਾਇਲ ਰੋਕ ਦਿੱਤਾ ਗਿਆ। ਪਰ ਜਦੋਂ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ CEO ਆਦਰ ਪੂਨਾਵਾਲਾ ਨੂੰ ਪੁੱਛਿਆ ਗਿਆ ਸੀ ਕਿ ਕੀ ਭਾਰਤ ਵਿੱਚ ਵੀ ਇਸ ਤੇ ਟ੍ਰਾਇਲ ਰੋਕੇ ਜਾਣਗੇ, ਉਹ ਕਹਿੰਦੇ ਨਹੀਂ, ਇਹਦੇ ਟ੍ਰਾਇਲ ਨਹੀਂ ਰੋਕੇ ਜਾਣਗੇ, ਕਿਉਂਕਿ ਭਾਰਤ ਵਿੱਚ ਚੱਲ ਰਹੇ ਟ੍ਰਾਇਲ ਬਿਲਕੁਲ ਉਸ ਤੇ ਨਕਾਰਾਤਮਕ ਨਹੀਂ, ਸਗੋਂ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਨੇ। ਪਰ ਹਾਲੇ ਇਹ ਖਬਰ ਆ ਹੀ ਰਹੀ ਸੀ ਕਿ ਦੂਸਰੇ ਪਾਸੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਇੱਕ ਨੋਟਿਸ ਜਾਰੀ ਕੀਤਾ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ। ਉਹ ਕਹਿੰਦੇ ਤੁਸੀਂ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਟ੍ਰਾਇਲ ਬੰਦ ਕਰ ਦਿੱਤੇ ਗਏ, ਰੋਕ ਦਿੱਤੇ ਗਏ, ਉਹ ਜਾਣਕਾਰੀ ਸਾਡੇ ਨਾਲ ਸਾਂਝੀ ਕਿਉਂ ਨਹੀਂ ਕੀਤੀ ਕਿ ਬਰਤਾਨੀਆ ਦੇ ਵਿੱਚ ਕਿਸੇ ਨੂੰ ਦਿੱਤੀ ਡੋਜ਼ ਵਾਲੇ ਵਿਅਕਤੀ ਤੇ ਸਾਈਡ ਇਫੈਕਟ ਨਜ਼ਰ ਆਏ ਨੇ, ਸਾਨੂੰ ਜਾਣਕਾਰੀ ਕਿਉਂ ਨਹੀਂ ਦਿੱਤੀ। ਇਸ ਕਰਕੇ ਤੁਰੰਤ ਭਾਰਤ ਵਿੱਚ ਚੱਲ ਰਹੇ 17 ਥਾਵਾਂ ਤੇ ਟ੍ਰਾਇਲ ਰੋਕ ਦਿੱਤੇ ਜਾਣ। ਸਿਰਫ ਰੋਕਣ ਦੀ ਗੱਲ ਹੀ ਨਹੀਂ ਕਹੀ, ਉਹ ਕਹਿੰਦੇ ਅਗਲੇ ਹੁਕਮਾਂ ਤੱਕ, ਜਦੋਂ ਤੱਕ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਤੁਹਾਨੂੰ ਦੁਬਾਰਾ ਗ੍ਰੀਨ ਸਿਗਨਲ ਨਹੀਂ ਦਿੰਦਾ, ਉਨੀ ਦੇਰ ਤੱਕ ਭਾਰਤ ਦੇ ਵਿੱਚ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਚਲਾਏ ਜਾ ਰਹੇ ਵੱਖੋ-ਵੱਖ 17 ਥਾਵਾਂ ਤੇ ਟ੍ਰਾਇਲ ਰੋਕੇ ਜਾਣ, ਬੰਦ ਕੀਤੇ ਜਾਣ ਅਤੇ ਅਗਲੇ ਹੁਕਮਾਂ ਤੱਕ ਇਹ ਇਨ-ਬਿਨ ਲਾਗੂ ਰਹਿਣ। ਸੋ ਜਿਹੜੀ ਦਵਾਈ ਦੁਨੀਆ ਦੀਆਂ ਪਹਿਲੀਆਂ ਦਵਾਈਆਂ ਵਿੱਚ ਜਿਸ ਦਾ ਜ਼ਿਕਰ ਹੋਣ ਵਾਲਾ ਸੀ ਜਾਂ ਸ਼ੁਮਾਰ ਹੋਣ ਵਾਲੀ ਸੀ ਕਿ ਆਕਸਫੋਰਡ ਯੂਨੀਵਰਸਿਟੀ ਵੱਲੋਂ ਬਣਾਈ ਜਾਣ ਵਾਲੀ COVID-19 ਦੀ ਦਵਾਈ ਬੜੀ ਜਲਦ ਭਾਰਤੀ ਲੋਕਾਂ ਨੂੰ, ਬਰਤਾਨਵੀ, ਕੈਨੇਡੀਅਨ ਅਤੇ ਅਮਰੀਕਨ ਲੋਕਾਂ ਤੇ ਕਈ ਹੋਰ ਮੁਲਕਾਂ ਨੂੰ ਮਿਲਣ ਵਾਲੀ ਸੀ, ਹਾਲ ਦੀ ਘੜੀ ਉਹ ਠੰਡੇ ਬਸਤੇ ਵਿੱਚ ਕੰਮ ਪੈ ਗਿਆ। ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਉੱਤੇ ਕਿਹੜੀ ਅਪਡੇਟ ਮਿਲਦੀ ਹੈ। ਕਿ ਇਹ ਟ੍ਰਾਇਲ ਸਿਰਫ ਪੌਜ਼ ਕੀਤੇ ਗਏ ਨੇ, ਇਹਨੂੰ ਰਿਜ਼ਿਊਮ ਕੀਤਾ ਜਾਏਗਾ? ਜੇ ਪੌਜ਼ ਹੀ ਰਹਿੰਦੇ ਨੇ ਤਾਂ ਇਹਦਾ ਮਤਲਬ ਇਹਦੀ ਉਡੀਕ ਹੋਰ ਲੰਬੀ ਹੋ ਸਕਦੀ ਹੈ।
ਸੋ ਇਹ ਆਪਣੇ ਆਪ ਦੇ ਵਿੱਚ ਇਸ ਪੈਂਡੈਮਿਕ ਇਸ ਮਹਾਮਾਰੀ ਨੂੰ ਲੈ ਕੇ ਬਹੁਤ ਅਹਿਮੀਅਤ ਰੱਖਣ ਵਾਲੀ ਖਬਰ ਹੈ। ਅਗਲੀ ਖਬਰ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਆ ਉਹ ਚੀਨ ਅਤੇ ਭਾਰਤ ਦੇ ਸਬੰਧਾਂ ਦੀ ਹੈ। ਕੱਲ੍ਹ ਕੁਦਰਤਨ ਚੀਨ ਦੀ ਥਾਂ ਦੇ ਉੱਤੇ ਇੱਕ ਥਾਂ ਤੇ ਮੇਰੇ ਤੋਂ ਪਾਕਿਸਤਾਨ ਬੋਲਿਆ ਗਿਆ ਸੀ, ਉਹਦੇ ਲਈ ਮੁਆਫੀ ਵੀ ਹੈ। ਪਰ ਹੁਣ ਮੈਂ ਤੁਹਾਡੇ ਨਾਲ ਜ਼ਿਕਰ ਕਰ ਰਿਹਾ ਸੀ ਕਿ ਚੀਨ ਅਤੇ ਭਾਰਤ, ਤੁਹਾਨੂੰ ਪਤਾ ਹੈ ਕਿ 15 ਤੇ 16 ਜੂਨ ਦੀ ਦਰਮਿਆਨੀ ਰਾਤ ਨੂੰ ਗਲਵਾਨ ਘਾਟੀ 'ਚ ਝੜਪ ਹੋਈ ਸੀ। 20 ਭਾਰਤ ਦੇ ਜਵਾਨ ਤੇ 80 ਚੀਨ ਦੇ ਜਵਾਨ ਆਪਣੀ ਜਾਨ ਤੋਂ ਹੱਥ ਧੋ ਗਏ ਸੀ। ਭਾਵੇਂ ਚੀਨ ਵਾਲੇ ਹਾਲੇ ਤੱਕ ਇਹ ਗੱਲ ਮੰਨਦੇ ਨਹੀਂ, ਪਰ ਉਹਦੇ ਤੋਂ ਬਾਅਦ 29 ਤੇ 30 ਅਗਸਤ ਦੀ ਦਰਮਿਆਨੀ ਰਾਤ ਵੀ ਭਾਰਤੀ ਤੇ ਚੀਨੀ ਫੌਜੀਆਂ ਵਿਚਕਾਰ ਝੜਪ ਹੋਈ। ਉਹਦੇ ਤੋਂ ਬਾਅਦ 1 ਸਤੰਬਰ ਨੂੰ ਫਿਰ ਝੜਪ ਹੋਈ। ਉਹਦੇ ਤੋਂ ਬਾਅਦ 7 ਸਤੰਬਰ ਨੂੰ ਫਿਰ ਝੜਪ ਹੋਈ। ਹੁਣ ਲਗਾਤਾਰ ਪਹਿਲਾਂ ਵੀ ਮੀਟਿੰਗਾਂ ਚੱਲਦੀਆਂ ਰਹੀਆਂ ਤੇ ਹੁਣ 7 ਸਤੰਬਰ ਤੋਂ ਇੱਕ ਵਾਰ ਫਿਰ ਤੋਂ ਮੀਟਿੰਗਾਂ ਦਾ ਦੌਰ ਜਾਰੀ ਹੈ। ਅੱਜ ਵੀ ਹੁਣ ਤੋਂ ਕੁਝ ਘੰਟੇ ਪਹਿਲਾਂ ਭਾਰਤੀ ਅਤੇ ਚੀਨੀ ਆਲਾ ਅਫਸਰ ਨੇ ਜਿਹੜੇ ਫੌਜ ਦੇ, ਉਹਨਾਂ ਦਰਮਿਆਨ 4 ਘੰਟੇ ਬੈਠਕ ਚੱਲਦੀ ਰਹੀ, ਪਰ ਨਤੀਜਾ ਕੋਈ ਨਹੀਂ ਨਿਕਲਿਆ। ਅਸਲ ਦੇ ਵਿੱਚ ਇਹ ਜਿਹੜੀ ਬੈਠਕ ਹੋਈ ਵੀ ਹੈ ਇਹ ਉੱਥੇ ਹੋਈ ਹੈ ਜਿੱਥੇ ਭਾਰਤ ਤੇ ਚੀਨ ਦੇ ਜਵਾਨ ਦੋਵੇਂ ਪਾਸੇ ਐਨ ਮੁਸਤੈਦ ਖੜੇ ਆ, ਤੈਨਾਤ ਖੜੇ ਆ। ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਇਹ ਬੈਠਕ ਹੋਈ ਸੀ, ਪਰ ਨਤੀਜਾ ਨਹੀਂ ਕੋਈ ਨਿਕਲ ਸਕਿਆ। ਦੋਵੇਂ ਮੁਲਕ ਸ਼ਾਇਦ ਚਾਹੁੰਦੇ ਵੀ ਹੋਣ ਕਿ ਸ਼ਾਂਤੀ ਬਣਾ ਕੇ ਰੱਖੀਏ, ਪਰ ਦੋਵੇਂ ਪਾਸੇ ਗਿੱਦੜ ਧਮਕੀਆਂ ਵੀ ਮਾਰੀ ਜਾ ਰਹੇ ਨੇ। ਇੱਕ ਪਾਸੇ ਖਬਰਾਂ ਮਿਲ ਰਹੀਆਂ ਨੇ ਕਿ ਚੀਨ ਨੇ ਲਗਭਗ 50,000 ਫੌਜੀ ਜਵਾਨ ਨੇੜੇ ਤੈਨਾਤ ਕਰ ਦਿੱਤਾ ਹੈ, ਮਿਜ਼ਾਈਲਾਂ ਤੈਨਾਤ ਕਰ ਦਿੱਤੀਆਂ ਨੇ। ਹਵਾਈ ਫੌਜ ਜਿਹੜੇ ਮਾਰੂ ਜਹਾਜ਼ ਨੇ ਉਹ 에ਅਰਫੋਰਸ ਤੇ ਤੈਨਾਤ ਕਰ ਦਿੱਤੇ ਨੇ ਤੇ ਆਪਣੀ ਨਫਰੀ ਵਧਾਉਣੀ ਸ਼ੁਰੂ ਕਰ ਦਿੱਤੀ ਹੈ। ਤੇ ਇਧਰ ਭਾਰਤ ਵਾਲੇ ਪਾਸੇ ਵੀ ਤਿਆਰੀਆਂ ਲਗਭਗ ਸ਼ੁਰੂ ਨੇ। ਹੁਣ ਜਿਨ੍ਹਾਂ ਘਰਾਂ ਦੇ ਜਵਾਨ ਪੁੱਤ ਆਰਮੀ ਦੇ ਵਿੱਚ ਭਰਤੀ ਨੇ, ਫੌਜ ਵਿੱਚ ਭਰਤੀ ਨੇ, ਉਹਨਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਚੁੱਕੀਆਂ ਹੋਣਗੀਆਂ। ਪਰ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਚੁਸਲ ਦੇ ਨੇੜੇ ਰੇਜਾਂਗਲਾ, ਲੀਚੇਨਲਾ, ਬਲੈਕ ਟੌਪ, ਗੋਸਵਾਮੀ ਹਿੱਲ, ਇਹਦੇ ਉੱਤੇ ਕਿਸੇ ਵਕਤ ਚੀਨ ਕਬਜ਼ਾ ਕਰਨਾ ਚਾਹੁੰਦਾ ਸੀ ਤੇ ਲਗਾਤਾਰ ਇੱਧਰ ਨੂੰ ਵਧਣਾ ਵੀ ਚਾਹੁੰਦਾ ਸੀ, ਪਰ ਇਸ ਵਕਤ ਇਹਨਾਂ ਥਾਵਾਂ ਦੇ ਉੱਤੇ ਖਦੇੜ ਦਿੱਤਾ ਗਿਆ। ਇਸੇ ਤਰ੍ਹਾਂ ਪੈਂਗੋਂਗ ਦੇ, ਤੁਹਾਨੂੰ ਪਤਾ ਹੋਣਾ ਕਿ ਦੱਖਣੀ ਇਲਾਕੇ ਦੇ ਵਿੱਚ ਘੁਸਪੈਠ ਦੀ ਕੋਸ਼ਿਸ਼ ਬੀਤੇ ਦਿਨੀ ਚੀਨ ਨੇ ਕੀਤੀ ਸੀ, ਪਰ ਭਾਰਤ ਦੇ ਜਵਾਨਾਂ ਨੇ ਐਨ ਡਟ ਕੇ ਮੁਕਾਬਲਾ ਕੀਤਾ ਤੇ ਚੀਨ ਵਾਲਿਆਂ ਨੇ ਉੱਥੇ ਫਾਇਰਿੰਗ ਵੀ ਕਰ ਦਿੱਤੀ ਸੀ। ਹੁਣ ਇਧਰੋਂ ਦੱਖਣ ਵਾਲੇ ਪਾਸਿਓਂ ਪੈਂਗੋਂਗ ਲੇਕ ਤੋਂ ਪਿੱਛੇ ਤਾਂ ਹਟ ਗਿਆ ਚੀਨ, ਪਰ ਹੁਣ ਉੱਤਰ ਵਾਲੇ ਪਾਸੇ ਉਸ ਦੀਆਂ ਤਿਆਰੀਆਂ ਲਦਾਖ ਦੇ ਵਿੱਚ ਲਗਾਤਾਰ ਜਾਰੀ ਨੇ। ਹੁਣ ਇੱਕ ਪਾਸਿਓਂ ਹਟਦਾ ਹੈ ਤੇ ਦੂਸਰੇ ਪਾਸੇ ਆਪਣੀ ਘੁਸਪੈਠ ਸ਼ੁਰੂ ਕਰ ਦਿੰਦਾ ਹੈ। ਪਰ ਹੁਣ ਇੱਕ ਪਾਸੇ ਚੀਨ ਵਾਲੇ ਇਹ ਵੀ ਕਹੀ ਜਾਂਦੇ ਨੇ ਕਿ ਅਸੀਂ ਤੁਹਾਡੇ ਨਾਲ ਸਮਝੌਤਾ ਕਰਨ ਨੂੰ ਤਿਆਰ ਹਾਂ, ਤੇ ਦੂਸਰੇ ਪਾਸੇ ਉਂਗਲ ਲਾ ਫੌਜ ਨੂੰ ਅੱਗੇ ਵੀ ਕੀਤਾ ਜਾ ਰਿਹਾ ਹੈ। ਹੁਣ ਤੋਂ ਕੁਝ ਘੰਟੇ ਪਹਿਲਾਂ ਨੈਸ਼ਨਲ ਚੀਫ ਆਫ ਡਿਫੈਂਸ ਬਿਪਨ ਰਾਵਤ, ਜਿਹੜੇ ਨੈਸ਼ਨਲ ਸਿਕਿਉਰਿਟੀ ਦੇ ਐਡਵਾਈਜ਼ਰ ਨੇ ਅਜੀਤ ਡੋਭਾਲ, ਅਤੇ ਇਹਦੇ ਨਾਲ ਜਿਹੜੇ ਭਾਰਤ ਦੇ ਰੱਖਿਆ ਮੰਤਰੀ ਨੇ, ਇਹਨਾਂ ਨੇ ਸਾਰਿਆਂ ਨੇ ਬੈਠ ਕੇ ਇੱਕ ਮੀਟਿੰਗ ਕੀਤੀ ਹੈ। ਮੀਟਿੰਗ ਦੇ ਵਿੱਚ ਬਿਪਨ ਰਾਵਤ ਨੇ ਦੱਸਿਆ ਕਿ ਇਹਦੇ ਨਾਲ ਇਸ ਮੀਟਿੰਗ ਦੇ ਵਿੱਚ ਤਿੰਨੋਂ ਹੀ ਫੌਜਾਂ ਦੇ ਮੁਖੀ ਵੀ ਸ਼ਾਮਲ ਸੀ। ਉੱਚ ਪੱਧਰੀ ਮੀਟਿੰਗ ਹੋਈ ਹੈ, ਉਸ ਦੇ ਵਿੱਚ ਸਾਰਿਆਂ ਤੋਂ ਪੁੱਛਿਆ ਗਿਆ ਕਿ ਸਥਿਤੀ ਕੀ ਹੈ, ਕਿ ਇਸ ਸਥਿਤੀ ਦੇ ਨਾਲ ਨਜਿੱਠਣ ਵਾਸਤੇ ਭਾਰਤ ਤਿਆਰ ਹੈ। ਵਿਪਨ ਰਾਵਤ ਨੇ ਵੀ ਕਿਹਾ ਕਿ ਸਾਡੀਆਂ ਫੌਜਾਂ ਤਿਆਰ ਨੇ। ਤਿੰਨੋਂ ਹੀ ਫੌਜਾਂ ਦੇ ਮੁਖੀਆਂ ਨੇ ਵੀ ਕਿਹਾ ਕਿ ਜੇਕਰ ਕੋਈ ਵੀ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਕਿ ਚੀਨ ਸਾਨੂੰ ਲਲਕਾਰਦਾ ਤਾਂ ਸਾਡੇ ਜਵਾਨ ਮੁਸਤੈਦ ਨੇ, ਤਿਆਰ ਨੇ। ਪਰ ਹੁਣ ਜਦੋਂ ਇਸ ਪੱਧਰ ਦੇ ਉੱਤੇ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਤੇ ਦੂਸਰੇ ਪਾਸੇ ਉਸ ਕੰਟਰੋਲ ਰੇਖਾ ਦੇ ਨੇੜੇ ਆਲਾ ਫੌਜੀ ਜਵਾਨ ਤੇ ਅਫਸਰ ਵੀ ਮੀਟਿੰਗਾਂ ਕਰ ਰਹੇ ਨੇ, ਲੱਗਦਾ ਤੇ ਹੈ ਕਿ ਜੰਗ ਦੋਵੇਂ ਮੁਲਕ ਨਹੀਂ ਚਾਹੁੰਦੇ, ਪਰ ਇਹ ਗੱਲ ਮੰਨਣੀ ਪਊ ਕਿ ਚੀਨ ਸਿੰਗੜੀ ਵੀ ਛੇੜੀ ਜਾਂਦਾ ਹੈ ਅਤੇ ਨਾਲ ਮੀਟਿੰਗਾਂ ਵੀ ਕਰੀ ਜਾਂਦਾ ਹੈ ਅਤੇ ਲਗਾਤਾਰ ਕਈ ਮਹੀਨਿਆਂ ਤੋਂ ਸਥਿਤੀ ਜਿਉਂ ਦੀ ਤਿਉਂ ਹੈ। ਆਉਣ ਵਾਲੇ ਦਿਨਾਂ ਵਿੱਚ ਵੇਖਦੇ ਹਾਂ ਕਿ ਸ਼ਾਲਾ ਕਿਤੇ ਇਹ ਜਿਹੜੀ ਆਲੇ ਦੁਆਲੇ ਸਰਗਰਮੀਆਂ ਤੇਜ਼ ਹੋਈਆਂ ਨੇ ਕਿਤੇ ਘੱਟ ਪੈਣ, ਤਾਂ ਕਿ ਕਿਸੇ ਵੀ ਮਾਂ ਦਾ ਜਵਾਨ ਪੁੱਤ ਸ਼ਹੀਦ ਨਾ ਹੋਵੇ। ਸੋ ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਕੈਨੇਡੀਅਨ ਪੋਲਿਟਿਕਸ ਦੀ ਖਬਰ ਹੈ। ਕੈਨੇਡਾ ਦੇ ਵਿੱਚ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਸਨ ਰਾਜ ਗਰੇਵਾਲ। ਪਿਛਲੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਚੋਣ ਨਹੀਂ ਸੀ ਲੜੀ, ਉਹਨਾਂ ਦੇ ਉੱਤੇ ਦੋਸ਼ ਲੱਗੇ ਸੀ। ਉਹਨਾਂ ਦੋਸ਼ਾਂ ਤੋਂ ਬਾਅਦ ਇਹ ਵੀ ਆਖ ਦਿੱਤਾ ਸੀ, ਪੀਐਮਓ ਨੇ, ਪ੍ਰਧਾਨ ਮੰਤਰੀ ਆਫ ਦਫ਼ਤਰ ਨੇ ਆਖਿਆ ਸੀ ਕਿ ਉਹਨਾਂ ਨੂੰ ਜੂਆ ਖੇਡਣ ਦੀ ਲੱਤ ਲੱਗੀ ਹੈ, ਇਸ ਕਰਕੇ ਉਹਨਾਂ ਨੇ ਕਰਜ਼ ਚੁੱਕ ਲਿਆ। ਤੇ ਬਾਅਦ ਦੇ ਵਿੱਚ ਇਸ ਪੀਐਮਓ ਦੀ ਖਬਰ ਤੋਂ ਬਾਅਦ ਰਾਜ ਗਰੇਵਾਲ ਨੇ ਖੁਦ ਇੱਕ ਵੀਡੀਓ ਪੋਸਟ ਕੀਤੀ ਸੀ, ਜਿਸ ਦੇ ਵਿੱਚ ਦੱਸਿਆ ਸੀ
ਕਿ ਮੈਂ ਕੁਝ ਘਰੇਲੂ ਕੰਮਾਂ ਦੇ ਕਾਰਨ ਤੇ ਕੁਝ ਹੋਰ ਕੰਮਾਂ ਦੇ ਕਾਰਨ ਕਈ ਮਿਲੀਅਨ ਡਾਲਰਾਂ ਦਾ ਕਰਜ਼ ਲੈ ਲਿਆ ਸੀ, ਪਰ ਹੁਣ ਮੈਂ ਉਸ ਨੂੰ ਵਾਪਸ ਕਰਨ ਦੇ ਵਾਸਤੇ ਕੁਝ ਚਾਰਾਜੋਈ ਕਰ ਰਿਹਾ, ਹੀਲੇ ਵਸੀਲੇ ਕਰ ਰਿਹਾ। ਪਰ ਅੱਜ ਜਿਹੜੀ ਨਵੀਂ ਖਬਰ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ RCMP ਨੇ ਕਿਹਾ ਕਿ ਸਾਬਕਾ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਦੇ ਖਿਲਾਫ ਧੋਖਾਧੜੀ ਅਤੇ ਵਿਸ਼ਵਾਸਘਾਤ ਦੇ ਦੋਸ਼ ਆਇਦ ਕਰਨ ਜਾ ਰਹੇ ਹਨ। ਉਹ ਕਹਿੰਦੇ ਐਥਿਕਸ ਕਮਿਸ਼ਨ ਦੀ ਦੱਸੇ ਬਗੈਰ ਰਾਜ ਗਰੇਵਾਲ ਨੇ ਆਪਣੇ ਰਾਜਨੀਤਿਕ ਰੁਤਬੇ ਦਾ ਲਾਭ ਚੁੱਕਿਆ। ਉਹਨਾਂ ਨੇ ਇਸ ਦੀ ਦੁਰਵਰਤੋਂ ਕੀਤੀ, ਕਰਜ਼ ਲੈਣ ਦੇ ਵਾਸਤੇ ਆਪਣੇ ਮੈਂਬਰ ਪਾਰਲੀਮੈਂਟ ਹੋਣ ਦਾ ਇੱਕ ਦੁਰਵਰਤੋਂ ਕਰਨ ਦੇ ਸਬੂਤ ਸਾਹਮਣੇ ਆਏ ਨੇ। ਇਹਦੇ ਨਾਲ ਉਹ ਕਹਿੰਦੇ ਜਿਹੜਾ ਸਰਕਾਰੀ ਦਫ਼ਤਰ ਦਾ ਬਜਟ ਹੁੰਦਾ ਉਹ ਵੀ ਉਹਨਾਂ ਨੇ ਪ੍ਰਾਈਵੇਟ ਕੰਮਾਂ ਦੇ ਵਾਸਤੇ ਉਸ ਵਕਤ ਉਸ ਦੀ ਵੀ ਦੁਰਵਰਤੋਂ ਕੀਤੀ, ਜਿਸ ਕਾਰਨ ਰਾਜ ਗਰੇਵਾਲ ਦੇ ਖਿਲਾਫ ਹੁਣ ਵਿਸ਼ਵਾਸਘਾਤ ਅਤੇ ਧੋਖਾਧੜੀ ਦੇ ਦੋਸ਼ ਆਇਦ ਕੀਤੇ ਜਾ ਰਹੇ ਨੇ। ਪਰ ਉਹਨਾਂ ਦੀ ਇਸ ਕੰਮਾਂ ਦੀ ਬਦੌਲਤ ਉਹਨਾਂ ਨੂੰ ਲਿਬਰਲ ਪਾਰਟੀ ਵਿੱਚੋਂ ਵੀ ਬਾਹਰ ਕਰ ਦਿੱਤਾ ਗਿਆ ਸੀ ਅਤੇ ਪਿਛਲੀਆਂ 2019 ਦੀਆਂ ਚੋਣਾਂ ਵੀ ਰਾਜ ਗਰੇਵਾਲ ਨੇ ਨਹੀਂ ਸੀ ਲੜੀਆਂ। ਪਰ ਆਪਣੇ ਆਪ ਦੇ ਵਿੱਚ ਇਹ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਇੱਕ ਮੰਦਭਾਗੀ ਖਬਰ ਹੈ ਕਿ ਕਿਸੇ ਵਿਅਕਤੀ ਦੇ ਉੱਤੇ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਦੇ ਉੱਤੇ ਇਸ ਤਰ੍ਹਾਂ ਦੇ ਦੋਸ਼ ਲੱਗਣ। ਸੁਣ ਅਗਲੀ ਖਬਰ ਆਸਟ੍ਰੇਲੀਆ ਵਾਲੇ ਪਾਸਿਓਂ ਉਹ ਦੂਰੋਂ ਮਿਲ ਰਹੀ ਹੈ। ਖਬਰ ਮਿਲ ਰਹੀ ਹੈ ਕੁਈਨਜ਼ਲੈਂਡ ਸੂਬੇ ਦੇ ਬ੍ਰਿਸਬੇਨ ਦੀ। ਉੱਥੋਂ ਦੇ ਤਜਿੰਦਰ ਸਿੰਘ ਹੈ। ਤਜਿੰਦਰ ਸਿੰਘ ਲਗਭਗ 5:45 ਵਜੇ ਉੱਠ ਕੇ ਆਪਣੇ ਕੰਮ ਨੂੰ ਜਾ ਰਿਹਾ ਸੀ। ਹੁਣ ਕੰਮ ਤੇ ਜਾਂਦਿਆਂ ਉਹਦੇ ਉੱਤੇ ਹਮਲਾ ਹੁੰਦਾ। ਉਹਦੀਆਂ ਕੀਮਤੀ ਚੀਜ਼ਾਂ, ਉਹਦਾ ਫੋਨ, ਉਹਦਾ ਬਟੂਆ, ਉਹਦੀ ਘੜੀ, ਇਸ ਤਰ੍ਹਾਂ ਦਾ ਕੀਮਤੀ ਸਮਾਨ ਖੋਹਣ ਦੇ ਵਾਸਤੇ ਉਹਦੇ 'ਤੇ ਹਮਲਾਵਰ ਹਮਲਾ ਕਰਦੇ ਆ। ਹੈਰਾਨੀ ਦੀ ਹੱਦ ਇਹ ਹੈ ਕਿ ਹਮਲਾਵਰਾਂ ਦੇ ਵਿੱਚ ਇੱਕ ਲੜਕੀ ਵੀ ਸੀ। ਹੁਣ ਤਜਿੰਦਰ ਸਿੰਘ ਤਕੜਾ ਪੰਜਾਬ ਤੋਂ ਆਇਆ, ਭਾਵੇਂ ਕੋਈ ਵਿਦਿਆਰਥੀ ਹੋਵੇ ਜਾਂ ਕੋਈ ਨਵਾਂ ਹੋਵੇ। ਮੈਂ ਕਈ ਦਿਨਾਂ ਤੋਂ ਲਗਾਤਾਰ ਇਸ ਗੱਲ ਦਾ ਜ਼ਿਕਰ ਕਰਦਾ ਆ ਰਿਹਾ। ਜਿਸ ਤਰ੍ਹਾਂ ਕੁਸਮ ਜਲੰਧਰ ਦੇ ਵਿੱਚ ਹਮਲਾਵਰਾਂ ਨਾਲ ਲੁਟੇਰਿਆਂ ਲੜੀ, ਤਜਿੰਦਰ ਨੇ ਵੀ ਉਸੇ ਤਰ੍ਹਾਂ ਮੁਕਾਬਲਾ ਕੀਤਾ। ਮੁਕਾਬਲਾ ਕਰਕੇ ਜਦੋਂ ਵੇਖਿਆ ਲੁਟੇਰਿਆਂ ਨੇ ਕਿ ਮੁੰਡਾ ਤਕੜਾ, ਸਾਡੀ ਵਾਹ ਕੋਈ ਨਹੀਂ ਚੱਲਦੀ, ਭੱਜ ਗਏ। ਚਾਕੂ ਨਾਲ ਵਾਰ ਕਰਨ ਦੀ ਕੋਸ਼ਿਸ਼ ਵੀ ਕੀਤੀ। ਆਹ ਸੂਰਜਦੀਪ ਨਾਲ ਵੀ ਲਗਭਗ ਘਟਨਾ ਇਵੇਂ ਹੀ ਵਾਪਰੀ ਸੀ। ਉਹ ਵੀ ਰਸਤੇ ਦੇ ਵਿੱਚ ਕੰਮ ਤੋਂ ਘਰ ਨੂੰ ਆ ਰਿਹਾ ਸੀ। ਪਰ ਚੰਗਾ ਹੋਇਆ ਕਿ ਲੁਟੇਰੇ ਤੇ ਭੱਜ ਗਏ। ਪਰ ਤਜਿੰਦਰ ਦੀ ਅੱਖ ਦੇ ਉੱਤੇ, ਤਜਿੰਦਰ ਦੇ ਜਬਾੜੇ ਦੇ ਉੱਤੇ ਕਾਫੀ ਡੂੰਘੇ ਜ਼ਖਮ ਨੇ ਤੇ ਇਸ ਵਕਤ ਸਰਜਰੀ ਉਸ ਦੀ ਹਸਪਤਾਲ ਦੇ ਵਿੱਚ ਹੋਈ ਹੈ। ਜਾਨ ਉਸ ਦੀ ਬਚ ਗਈ ਹੈ। ਪਰ ਹੁਣ ਇੱਕ ਪਾਸੇ ਵੱਧ ਵਿਅਕਤੀ ਨੇ, ਇੱਕ ਪਾਸੇ ਇਕੱਲਾ ਵਿਅਕਤੀ ਹੈ। ਅਸੀਂ ਤੁਰੇ ਜਾ ਰਹੇ ਹਾਂ, ਉਹਨਾਂ ਕੋਲ ਚਾਕੂ ਵੀ ਹੋ ਸਕਦਾ, ਇਸ ਤੋਂ ਵੀ ਕੋਈ ਮਾਰੂ ਹਥਿਆਰ ਹੋ ਸਕਦਾ, ਕਿਉਂਕਿ ਜਿਹੜਾ ਲੁਟੇਰਾ ਹੈ ਉਹ ਤੇ ਤਿਆਰੀ ਨਾਲ ਆਇਆ ਕਿ ਮੈਂ ਕਿਸੇ ਵਿਅਕਤੀ ਨੂੰ ਠੱਗਣਾ, ਮੈਂ ਕਿਸੇ ਵਿਅਕਤੀ ਨੂੰ ਲੁੱਟਣਾ। ਅਸੀਂ ਕੰਮ ਤੇ ਜਾ ਰਹੇ ਹਾਂ, ਸਾਡੇ ਕੋਲੇ ਵੱਧ ਤੋਂ ਵੱਧ ਟਿਫਨ ਹੋ ਸਕਦਾ ਹੈ, ਰੋਟੀ ਹੋ ਸਕਦੀ ਹੈ, ਲੰਚ ਹੋ ਸਕਦਾ ਹੈ। ਪਰ ਜਿੱਥੇ ਕੀਮਤੀ ਸਮਾਨ ਬਚਾਉਣ ਵਿੱਚ ਤੇ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਹੋ ਗਿਆ। ਪਰ ਤਜਿੰਦਰ ਨੇ ਇੱਕ ਗੱਲ ਕਹੀ ਹੈ ਕਿ ਪ੍ਰਸ਼ਾਸਨ ਨੂੰ ਮੈਂ ਅਪੀਲ ਕਰਦਾ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ, ਮੁਸਤੈਦ ਹੋਣਾ ਪਵੇਗਾ। ਭਾਵੇਂ ਆਸਟ੍ਰੇਲੀਆ, ਭਾਵੇਂ ਕੈਨੇਡਾ, ਭਾਵੇਂ ਅਮਰੀਕਾ, ਭਾਵੇਂ ਹੋਰ ਕੋਈ ਵੈਸਟਰਨ ਕੰਟਰੀ ਹੈ, ਉਹਨਾਂ ਦੇ ਵਿੱਚ ਪੁਲਿਸ ਤੁਹਾਡੀ ਰਾਖੀ ਨਹੀਂ ਕਰ ਸਕਦੀ। ਪਰ ਇੱਕ ਗੱਲ ਹੈ ਕਿ ਕਦੇ ਅੱਗੇ ਤੋਂ ਵੀ ਤਜਿੰਦਰ ਸਿੰਘ, ਭਾਵੇਂ ਤੁਸੀਂ ਤੇ ਭਾਵੇਂ ਕੋਈ, ਇਹਨਾਂ ਲੁਟੇਰਿਆਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਨਾ ਕਰਿਓ। ਇਹ ਗੱਲ ਚੰਗੀ ਹੋਈ ਕਿ ਤੁਹਾਡੀ ਜਾਨ ਬਚ ਗਈ ਹੈ। ਪਰ ਇਹ ਆਸਟ੍ਰੇਲੀਆ ਵਿੱਚ ਵੀ ਕੋਈ ਪਹਿਲੀ ਘਟਨਾ ਨਹੀਂ, ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਨੇ। ਕੈਨੇਡਾ, ਅਮਰੀਕਾ ਵਿੱਚ ਵੀ ਘਟਨਾਵਾਂ ਹੋਈਆਂ ਨੇ। ਇੱਕ ਵਾਰੀ ਫਿਰ ਅਪੀਲ ਹੈ ਕਿ ਲੁਟੇਰਿਆਂ ਦੇ ਨਾਲ ਲੜਨ ਦੀ ਕੋਸ਼ਿਸ਼ ਨਾ ਕਰਿਓ। ਸਮਾਨ ਦੁਬਾਰਾ ਖਰੀਦਿਆ ਜਾ ਸਕਦਾ ਹੈ, ਜਾਨ ਦੁਬਾਰਾ ਕਿਸੇ ਕੀਮਤ ਤੇ ਨਹੀਂ ਆ ਸਕਦੀ। ਅਗਲੀ ਅੱਜ ਦੇ ਦਿਨ ਨਾਲ ਸੰਬੰਧਿਤ ਖਬਰ ਹੈ 9/11। ਤੁਹਾਨੂੰ ਯਾਦ ਹੋਣਾ ਕਿ ਅੱਜ ਤੋਂ 19 ਵਰ੍ਹੇ ਪਹਿਲਾਂ 4 ਜਹਾਜ਼, ਯਾਤਰੂ ਜਹਾਜ਼ ਅਗਵਾ ਕੀਤੇ ਜਾਂਦੇ ਨੇ। ਉਹਨਾਂ ਵਿੱਚੋਂ 3 ਟਿਕਾਣੇ ਨਿਸ਼ਾਨੇ ਤੇ ਲੱਗਦੇ ਆ ਅਤੇ ਚੌਥਾ ਹਾਦਸਾਗ੍ਰਸਤ ਹੋ ਜਾਂਦਾ ਹੈ। 8:46 ਤੇ ਇਹ ਜਹਾਜ਼ ਅਗਵਾ ਹੋਏ। ਇਹਨਾਂ ਵਿੱਚੋਂ 2 ਜਹਾਜ਼ ਜੋੜੇ ਜਿਹੜੇ ਟਾਵਰ ਸਨ, ਜਿਹਨੂੰ ਵਰਲਡ ਟ੍ਰੇਡ ਸੈਂਟਰ ਕਿਹਾ ਕਰਦੇ ਸੀ, ਵਰਲਡ ਟ੍ਰੇਡ ਸੈਂਟਰ ਦੀਆਂ ਇਮਾਰਤਾਂ ਦੇ ਵਿੱਚ ਮਾਰ ਦਿੱਤੇ ਗਏ। 987.6 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਇੰਨੀ ਤੇਜ਼ ਜਹਾਜ਼ ਸਨ ਕਿ ਜਾ ਕੇ ਵਰਲਡ ਟ੍ਰੇਡ ਸੈਂਟਰ ਵਿੱਚ ਦੋਵੇਂ ਮਾਰ ਦਿੱਤੇ ਗਏ। ਉਹਦੇ ਤੋਂ ਬਾਅਦ ਇੱਕ ਜਹਾਜ਼ ਪੈਂਟਾਗਨ ਦੇ ਵਿੱਚ ਮਾਰਿਆ ਗਿਆ ਤੇ ਚੌਥਾ ਜਿਹੜਾ ਜਹਾਜ਼ ਸੀ ਉਹ ਪੈਨਸਿਲਵੇਨੀਆ ਦੇ ਵਿੱਚ ਆਪਣੇ ਆਪ ਹਾਦਸਾਗ੍ਰਸਤ ਹੋ ਗਿਆ ਸੀ। ਭਾਵ 3 ਜਹਾਜ਼ ਉਸ ਵਕਤ ਉਹ ਲੋਕ, ਉਹ ਅੱਤਵਾਦੀ ਆਪਣੇ ਨਿਸ਼ਾਨੇ
ਸਿnnਣ ਦੇ ਵਿੱਚ ਕਾਮਯਾਬ ਹੋ ਗਏ, ਪਰ ਚੌਥਾ ਨਿਸ਼ਾਨਾ ਉੱਕ ਗਿਆ। ਹੁਣ ਇਹਦੇ ਵਿੱਚ ਜਿਹੜੀ ਖਬਰ ਮਿਲ ਰਹੀ ਸੀ ਕਿ 2996 ਵਿਅਕਤੀਆਂ ਦੀ ਮੌਤ ਹੋਈ ਅਤੇ 11 ਅਣਜੰਮੇ ਬੱਚੇ ਵੀ ਇਹਨਾਂ ਵਿੱਚ ਸ਼ਾਮਲ ਸਨ। ਇਹਦੇ ਵਿੱਚ ਹੀ ਪੁਲਿਸ ਅਤੇ ਫਾਇਰ ਫਾਈਟਰਸ ਦੀ ਗਿਣਤੀ ਵੀ 400 ਦੱਸੀ ਗਈ ਸੀ, ਜਿਹੜੇ ਇਸ ਵਾਪਰੇ ਦੁਖਾਂਤ ਵਿੱਚ, ਦੁਰਘਟਨਾ ਵਿੱਚ ਆਪਣੀ ਜਾਨ ਗਵਾ ਗਏ ਸਨ। ਉਹਦੇ ਤੋਂ ਬਾਅਦ ਜਿਹੜਾ ਦੁਨੀਆ ਭਰ ਦੇ ਵਿੱਚ ਮਸ਼ਹੂਰ ਸਥਾਨ ਸੀ, ਮੈਂ ਜਾ ਕੇ ਅੱਖੀਂ ਤੱਕੇ ਹੈ, ਵਰਲਡ ਟ੍ਰੇਡ ਸੈਂਟਰ 2 ਘੰਟਿਆਂ ਦੇ ਵਿੱਚ ਮਲਬੇ ਦਾ ਢੇਰ ਬਣ ਗਿਆ ਸੀ। ਹੁਣ ਜਾਣਕਾਰੀ ਦੇ ਅਨੁਸਾਰ ਮ੍ਰਿਤਕਾਂ ਦੇ ਵਿੱਚ 57 ਮੁਲਕਾਂ ਦੇ ਲੋਕ ਸੀ, ਕਿਉਂਕਿ ਵਰਲਡ ਟ੍ਰੇਡ ਸੈਂਟਰ ਦੇ ਵਿੱਚ ਬਹੁਤ ਸਾਰੇ ਲੋਕ, ਦੁਨੀਆ ਭਰ ਦੇ ਲੋਕ ਸੀ ਜਿਹੜੇ ਉੱਥੇ ਕੰਮ ਕਰਿਆ ਕਰਦੇ ਸਨ। 18 ਲੱਖ ਟਨ ਮਲਬਾ ਸੀ ਜਦੋਂ ਉਹ ਚੁੱਕਿਆ ਗਿਆ। ਸਫਾਈ 75 ਕਰੋੜ ਡਾਲਰ ਖਰਚ ਕੇ, 75 ਕਰੋੜ ਡਾਲਰਾਂ ਦਾ ਖਰਚ ਸਫਾਈ ਕਰਨ ਤੇ ਹੋਇਆ ਸੀ, ਪਰ ਜਿਹੜਾ ਉਹ ਮਲਬਾ ਸੀ ਉਹ ਭਾਰਤ ਦੇ ਵਪਾਰੀਆਂ ਨੇ ਸਿਰਫ 23 ਕਰੋੜ ਰੁਪਏ ਵਿੱਚ ਖਰੀਦ ਲਿਆ ਸੀ, ਤੇ ਉਹ ਭਾਰਤ ਸਾਰਾ ਗਿਆ ਸੀ ਤਾਂ ਕਿ ਉਸ ਨੂੰ ਦੁਬਾਰਾ ਕਿਸੇ ਹੋਰ ਵਰਤੋਂ ਵਿੱਚ ਲਿਆਂਦਾ ਜਾਵੇ। ਇਸ ਵਰਲਡ ਟ੍ਰੇਡ, ਇਸ ਜੋੜੇ ਟਾਵਰਾਂ ਦੇ ਸਥਾਨ ਦੇ ਉੱਤੇ ਦੁਬਾਰਾ ਜਿਹੜੀ ਬਿਲਡਿੰਗ ਬਣਾਈ ਗਈ ਜ਼ੀਰੋ ਗਰਾਊਂਡ ਦੇ ਉੱਤੇ, 8 ਵਰੇ ਉਸ ਨੂੰ ਬਣਾਉਣ ਨੂੰ ਲੱਗੇ ਸੀ ਤੇ 13 ਵਰਿਆਂ ਤੋਂ ਬਾਅਦ ਦੁਬਾਰਾ ਖੋਲ੍ਹ ਦਿੱਤੀ ਗਈ ਸੀ। ਤੇ ਅੱਜ ਵਰਲਡ ਟ੍ਰੇਡ ਸੈਂਟਰ ਤੇ ਇੱਕ ਨੇੜੇ ਹੋਰ ਸਥਾਨ ਦੇ ਉੱਤੇ ਮ੍ਰਿਤਕ ਪਰਿਵਾਰਾਂ ਦੇ ਲੋਕਾਂ ਨੇ ਵਿਛੜੇ ਪਰਿਵਾਰਾਂ ਨੂੰ ਸ਼ਰਧਾਂਜਲੀ ਦਿੱਤੀ। ਓਬਾਮਾ ਸਰਕਾਰ ਹੋਇਆ ਕਰਦੀ ਸੀ, ਰਾਸ਼ਟਰਪਤੀ ਬਰਾਕ ਓਬਾਮਾ ਸਨ। ਉਹਨਾਂ ਦੇ ਕਾਰਜਕਾਲ ਦੌਰਾਨ 2 ਮਈ ਅਤੇ 2011 ਦਾ ਸਾਲ ਸੀ, ਜਦੋਂ ਲਾਦੇਨ ਨੂੰ ਲੱਭਦੇ ਆਖਰਕਾਰ ਪਾਕਿਸਤਾਨ ਦੇ ਐਬਟਾਬਾਦ ਵਿੱਚੋਂ ਲੱਭ ਲਿਆ ਸੀ ਅਤੇ ਉੱਥੇ ਇੱਕ ਮੁਕਾਬਲੇ ਦੌਰਾਨ ਉਸ ਨੂੰ ਢੇਰ ਕਰ ਦਿੱਤਾ ਸੀ। ਸੋ ਦੋਸਤੋ, 9/11 ਦੀ ਅੱਜ 19ਵੀਂ ਵਰ੍ਹੇਗੰਢ ਦੇ ਉੱਤੇ ਅਸੀਂ ਇਸ 9/11 ਵਾਪਰੇ ਹਾਦਸੇ ਦੇ ਵਿੱਚ 9/11 ਦੇ ਵਿੱਚ ਜਿਹੜੇ ਲੋਕ ਮਰੇ ਸੀ ਉਹਨਾਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹਾਂ। ਅਤੇ ਦੁਨੀਆ ਭਰ ਦੇ ਵਿੱਚ ਜਿਹੜਾ 1985 ਦੇ ਵਿੱਚ ਏਅਰ ਇੰਡੀਆ ਹਾਦਸਾ ਵਾਪਰਿਆ ਸੀ, ਹਵਾਬਾਜ਼ੀ ਦੇ ਇਤਿਹਾਸ ਵਿੱਚ ਉਹ ਸਭ ਤੋਂ ਵੱਡਾ ਕਾਰਨਾਮਾ, ਘਿਨਾਉਣਾ ਕਾਰਨਾਮਾ ਸੀ। ਅਤੇ ਉਹਦੇ ਤੋਂ ਬਾਅਦ ਆ 9/11 ਵਾਲਾ ਹਾਦਸਾ ਹਵਾਬਾਜ਼ੀ ਦੇ ਇਤਿਹਾਸ ਵਿੱਚ ਵੱਡਾ ਹਾਦਸਾ ਸਾਹਮਣੇ ਬਣ ਕੇ ਉੱਭਰਿਆ ਸੀ। ਦੋਸਤੋ, ਇਹ ਸਨ ਅੱਜ ਦੀਆਂ ਕੁਝ ਜਾਣਕਾਰੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਪਰ ਜੇਕਰ ਸੱਚਮੁੱਚ ਤੁਹਾਨੂੰ ਚੰਗੀਆਂ ਲੱਗੀਆਂ ਨੇ ਤੇ ਕਿਰਪਾ ਕਰਕੇ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਰੋਜ਼ਾਨਾ ਦਾ ਰਾਬਤਾ ਕਾਇਮ ਰਹੇ, ਅਤੇ ਇਹਦੇ ਨਾਲ ਵੀਡੀਓ ਸ਼ੇਅਰ ਅਤੇ ਲਾਈਕ ਕਰਨ ਦੀ ਜ਼ਰੂਰ ਕੋਸ਼ਿਸ਼ ਕਰਿਓ। ਤੁਹਾਡਾ ਦਿਲੋਂ ਧੰਨਵਾਦੀ ਹੋਵਾਂਗਾ। ਇਸ ਦੇ ਨਾਲ ਹੀ ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ, ਪਰ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਸਤਿ ਸ੍ਰੀ ਅਕਾਲ, ਤੇਰਾ ਭਰਾ।